ਹੈਲੋ ਫਰੈਂਡਸ, CBC ਇੰਸਟੀਚਿਊਟ ਦੇ ਇਸ ਆਨਲਾਈਨ ਪਲੇਟਫਾਰਮ ਤੇ ਤੁਹਾਡਾ ਫਿਰ ਤੋਂ ਸਵਾਗਤ ਹੈ। ਤੇ ਜਿਸ ਤਰੀਕੇ ਨਾਲ ਆਪਾਂ ਸਾਇੰਸ ਦੇ ਇੰਪੋਰਟੈਂਟ ਕੁਐਸਚਨ ਨੂੰ ਡਿਸਕਸ ਕਰ ਰਹੇ ਸੀ, ਪਾਰਟ 5 ਤੱਕ ਆਪਾਂ ਕਵਰ ਕਰ ਚੁੱਕੇ ਸੀ। ਅੱਜ ਆਪਾਂ ਡਿਸਕਸ ਕਰਾਂਗੇ ਪਾਰਟ 6। ਤਾਂ ਸਟਾਰਟ ਕਰਦੇ ਹਾਂ ਜੀ ਅੱਜ ਦਾ ਆਪਣਾ ਫਸਟ ਕੁਐਸਚਨ। ਫਸਟ ਕੁਐਸਚਨ ਹੈ, ਹਾਊ ਮੈਨੀ ਟਾਈਪਸ ਆਫ ਟੀਥਸ ਆਰ ਦੇਅਰ ਇਨ ਹਿਊਮਨਸ। ਵੈਰੀ ਇੰਪੋਰਟੈਂਟ ਕੁਐਸਚਨ। ਟਾਈਪਸ ਆਫ ਟੀਥਸ, ਤਾਂ ਆਪਣੀ ਬੋਡੀ ਹਿਊਮਨਸ ਦੇ ਵਿੱਚ ਆਪਣੇ ਮਾਊਥ ਦੇ ਅੰਦਰ ਜਿਹੜੇ ਟੀਥ ਹੁੰਦੇ ਆ ਉਹਨਾਂ ਦੀ ਟਾਈਪਸ ਦੱਸਣੀ ਹੈ। ਤਾਂ ਇਹਦਾ ਆਨਸਰ ਹੈ ਜੀ ਏ ਆਪਸ਼ਨ 4 ਟਾਈਪਸ। ਤਾਂ 4 ਟਾਈਪਸ ਕਿਹੜੀਆਂ, ਆਪਾਂ ਇਹਨਾਂ ਦੇ ਨਾਮ ਵੀ ਥੋੜ੍ਹੇ ਆਪਾਂ ਨੂੰ ਪਤਾ ਹੋਣੇ ਚਾਹੀਦੇ ਆ। ਫਸਟ ਟਾਈਪ ਹੈ, ਇਹਨਾਂ ਨੂੰ ਆਪਾਂ ਬੋਲਦੇ ਇਨਸੀਜ਼ਰਸ। ਫਸਟ ਟਾਈਪ ਹੈ ਇਨਸੀਜ਼ਰ। ਸੈਕਿੰਡ ਟਾਈਪ ਹੈ, ਇਹਨਾਂ ਨੂੰ ਬੋਲਦੇ ਜੀ ਆਪਾਂ ਕੈਨਾਈਨਸ। ਥਰਡ ਟਾਈਪ ਹੈ ਜੀ ਮੋਲਰਸ। ਅਤੇ ਫੋਰਥ ਟਾਈਪ ਹੈ ਜੀ ਪ੍ਰੀ ਮੋਲਰਸ। ਤਾਂ ਆਪਾਂ 4 ਟਾਈਪਸ ਯਾਦ ਰੱਖਣੇ, ਇਨਸੀਜ਼ਰਸ, ਕੈਨਾਈਨਸ, ਮੋਲਰਸ ਐਂਡ ਪ੍ਰੀਮੋਲਰ। ਤਾਂ 4 ਟਾਈਪਸ ਹੁੰਦੀਆਂ, ਇਹ ਆਪਾਂ ਆਪਣੇ ਮਾਊਥ ਦੇ ਅੰਦਰ ਦੇਖ ਹੀ ਸਕਦੇ ਹਾਂ। ਜਿਹੜੇ ਟੀਥ ਹੁੰਦੇ 4 ਟਾਈਪਸ ਹੁੰਦੇ। ਨੈਕਸਟ ਕੁਐਸਚਨ ਹੈ, ਦ ਫੈਟ ਮੈਨ ਐਂਡ ਲਿਟਲ ਬॉय ਆਰ ਦ ਨੇਮਸ ਆਫ। ਫੈਟ ਮੈਨ ਐਂਡ ਲਿਟਲ ਬॉय ਕਾਫੀ ਇੰਪੋਰਟੈਂਟ ਕੁਐਸਚਨ ਹੈ ਇਹ ਨਾਮ ਹੈ ਜੀ ਸੈਕਿੰਡ ਆਪਸ਼ਨ ਐਟੋਮਿਕ ਬੋਮਬਸ ਦੇ। ਦੇਖੋ ਹੋਇਆ ਕੀ ਸੀ, ਸੈਕਿੰਡ ਵਰਲਡ ਵਾਰ ਜਦੋਂ ਚੱਲ ਰਿਹਾ ਸੀ ਤਾਂ 2 ਬੋਮਬਸ ਜਾਪਾਨ ਦੇ 2 ਸ਼ਹਿਰਾਂ ਦੇ ਉੱਤੇ ਗਿਰਾਏ ਗਏ ਸੀ। ਲਿਟਲ ਬॉय ਜਿਹੜਾ ਬੋਂਬ ਹੈ ਇਹ ਗਿਰਾਇਆ ਗਿਆ ਸੀ 6 ਅਗਸਤ 1945 ਨੂੰ। 6 ਅਗਸਤ 1945 ਨੂੰ। ਅਤੇ ਜਾਪਾਨ ਦੇ ਕਿਹੜੇ ਸ਼ਹਿਰ ਦੇ ਉੱਤੇ ਗਿਰਾਇਆ ਗਿਆ ਸੀ? ਹੀਰੋਸ਼ੀਮਾ। ਅਤੇ ਫੈਟਮੈਨ ਜਿਹੜਾ ਬੋਂਬ ਹੈ ਜੀ ਇਹ ਗਿਰਾਇਆ ਗਿਆ ਸੀ 9 ਅਗਸਤ 1945 ਨੂੰ। ਅਤੇ ਇਹ ਬੋਂਬ ਜਿਹੜਾ ਗਿਰਾਇਆ ਗਿਆ ਸੀ ਇਹ ਕਿੱਥੇ ਗਿਰਾਇਆ ਗਿਆ ਸੀ? ਨਾਗਾਸਾਕੀ। ਤਾਂ ਜਾਪਾਨ ਦੇ 2 ਸ਼ਹਿਰ ਹੀਰੋਸ਼ੀਮਾ ਅਤੇ ਨਾਗਾਸਾਕੀ 'ਤੇ 2 ਬੋਂਬ ਗਿਰਾਏ ਗਏ ਸੀ ਅਤੇ ਦੋਨੋਂ ਐਟੋਮਿਕ ਬੋਮਬਸ ਦੇ ਨਾਮ ਹੈ। ਚਲਦੇ ਜੀ ਅੱਜ ਦੇ ਆਪਣੇ ਥਰਡ ਕੁਐਸਚਨ 'ਤੇ। ਥਰਡ ਕੁਐਸਚਨ ਕੀ ਹੈ, ਵਟ ਇਜ਼ ਦਾ ਯੂਨਿਟ ਆਫ ਰੈਜ਼ਿਸਟੈਂਸ। ਰੈਜ਼ਿਸਟੈਂਸ ਦੇ ਯੂਨਿਟ ਦੱਸਣੇ ਆਪਾਂ। ਦੇਖੋ ਰੈਜ਼ਿਸਟੈਂਸ ਕੀ ਹੁੰਦਾ, ਰੈਜ਼ਿਸਟੈਂਸ ਜਿਸ ਤਰੀਕੇ ਨਾਲ ਆਪਾਂ ਫ੍ਰਿਕਸ਼ਨ ਫੋਰਸ ਪੜ੍ਹੀ ਸੀ। ਫ੍ਰਿਕਸ਼ਨ ਫੋਰਸ ਕੀ ਹੈ? ਫ੍ਰਿਕਸ਼ਨ ਫੋਰਸ ਇਜ਼ ਦਾ ਓਪੋਜ਼ਿੰਗ ਫੋਰਸ ਵਿਚ ਰੈਜ਼ਿਸਟ ਮੋਸ਼ਨ। ਯਾਨੀ ਕਿ ਜਦੋਂ ਕੋਈ ਚੀਜ਼ ਮੋਸ਼ਨ 'ਤੇ ਆਉਣ ਦੀ ਕੋਸ਼ਿਸ਼ ਕਰਦੀ ਹੈ ਉਦੋਂ ਕਿਹੜੀ ਫੋਰਸ ਲੱਗਦੀ ਹੈ? ਫ੍ਰਿਕਸ਼ਨ। ਉਸੇ ਤਰੀਕੇ ਨਾਲ ਜਦੋਂ ਕਰੰਟ ਫਲੋ ਕਰਦਾ ਤਾਂ ਜਿਹੜੀ ਚੀਜ਼ ਕਰੰਟ ਨੂੰ ਫਲੋ ਕਰਨ ਤੋਂ ਰੋਕਦੀ ਹੈ ਉਹ ਕਿਹੜੀ ਹੁੰਦੀ ਹੈ? ਰੈਜ਼ਿਸਟੈਂਸ। ਅਤੇ ਰੈਜ਼ਿਸਟੈਂਸ ਦੇ ਯੂਨਿਟ ਹੁੰਦੇ ਜੀ ਓਹਮ। ਇਹ ਆਪਸ਼ਨ ਇਹਦਾ ਕਰੈਕਟ ਆਨਸਰ ਹੈ ਓਮਸ। ਤਾਂ ਉਸੇ ਤਰੀਕੇ ਨਾਲ ਆਪਾਂ ਫੈਰਡ ਵੀ ਯਾਦ ਰੱਖ ਸਕਦੇ ਹਾਂ। ਫੈਰਡ ਯੂਨਿਟ ਹੈ ਜੀ ਕਪੈਸੀਟੈਂਸ ਦੇ। ਕਪੈਸੀਟੈਂਸ ਇਹ ਸਾਇੰਸ ਦੇ ਵਿੱਚ ਆਪਾਂ ਯੂਨਿਟਸ ਕੁਛ ਯਾਦ ਰੱਖਣੀ ਹੈ। ਫੈਰਡ ਇਜ਼ ਦਾ ਯੂਨਿਟ ਆਫ ਕਪੈਸੀਟੈਂਸ, ਰੈਜ਼ਿਸਟੈਂਸ ਯੂਨਿਟ ਹੈ ਓਮ। ਨੈਕਸਟ ਕੁਐਸਚਨ ਹੈ, ਵਟ ਇਜ਼ ਦਾ SI ਯੂਨਿਟ ਆਫ ਪ੍ਰੈਸ਼ਰ। ਪ੍ਰੈਸ਼ਰ ਦੇ ਆਪਾਂ ਯੂਨਿਟਸ ਦੱਸਣੇ ਆ। SI ਯੂਨਿਟਸ ਕੀ ਹੈ ਜੀ? C ਆਪਸ਼ਨ ਪਾਸਕਲ। ਇਹ ਆਪਾਂ ਕੁਐਸਚਨ ਬਹੁਤ ਵਾਰੀ ਕੀਤਾ, ਇੰਪੋਰਟੈਂਟ ਹੈ। ਆਪਾਂ ਨੂੰ ਕੁਐਸਚਨ ਆ ਸਕਦਾ ਜੀ ਐਟਮੋਸਫੇਰਿਕ ਪ੍ਰੈਸ਼ਰ ਨੂੰ ਮੈਜ਼ਰ ਕਰਨ ਲਈ ਇੰਸਟਰੂਮੈਂਟ ਕਿਹੜਾ ਹੁੰਦਾ? ਵੈਰੀ ਇੰਪੋਰਟੈਂਟ ਕੁਐਸਚਨ। ਐਟਮੋਸਫੇਰਿਕ ਪ੍ਰੈਸ਼ਰ ਨੂੰ ਮੈਜ਼ਰ ਕਰਨ ਲਈ ਜਿਹੜਾ ਇੰਸਟਰੂਮੈਂਟ ਹੁੰਦਾ ਉਹਦਾ ਨਾਮ ਹੈ ਜੀ ਬੈਰੋਮੀਟਰ। ਬੈਰੋਮੀਟਰ। ਤਾਂ ਬੈਰੋਮੀਟਰ ਇੱਕ ਇੰਸਟਰੂਮੈਂਟ ਹੈ ਜੋ ਮੈਜ਼ਰ ਕਰਦਾ ਐਟਮੋਸਫੇਰਿਕ ਪ੍ਰੈਸ਼ਰ। ਅਤੇ ਬਲੱਡ ਪ੍ਰੈਸ਼ਰ ਨੂੰ ਮੈਜ਼ਰ ਕਰਨ ਵਾਸਤੇ ਵੀ ਆਪਾਂ ਯਾਦ ਕੀਤਾ ਸੀ, ਬਲੱਡ ਪ੍ਰੈਸ਼ਰ ਲਈ ਕਿਹੜਾ ਸੀ? ਸਫਿਗਮੋਮੈਨੋਮੀਟਰ। ਸਫਿਗਮੋਮੈਨੋਮੀਟਰ। ਤਾਂ ਸਫਿਗਮੋਮੈਨੋਮੀਟਰ ਮੈਜ਼ਰ ਕਰਦਾ ਹੈ ਬਲੱਡ ਪ੍ਰੈਸ਼ਰ, ਐਟਮੋਸਫੇਰਿਕ ਪ੍ਰੈਸ਼ਰ ਮੈਜ਼ਰ ਕਰਦਾ ਹੈ ਬੈਰੋਮੀਟਰ। ਪ੍ਰੈਸ਼ਰ ਦਾ ਆਪਾਂ ਫਾਰਮੂਲਾ ਵੀ ਯਾਦ ਰੱਖਣਾ ਸੀ। ਪ੍ਰੈਸ਼ਰ ਦਾ ਫਾਰਮੂਲਾ ਕੀ ਹੁੰਦਾ? ਪ੍ਰੈਸ਼ਰ ਇਜ਼ ਇਕੁਅਲ ਟੂ ਫੋਰਸ ਅਪੋਨ ਏਰੀਆ। ਯਾਨੀ ਕਿਸੇ ਪਰਟੀਕੂਲਰ ਏਰੀਆ 'ਤੇ ਕਿੰਨੀ ਫੋਰਸ ਲੱਗਦੀ ਉਹਨੂੰ ਆਪਾਂ ਕੀ ਬੋਲਦੇ? ਪ੍ਰੈਸ਼ਰ। ਫਸਟ ਆਪਸ਼ਨ ਹੈ ਨਿਊਟਨ। ਅਤੇ ਨਿਊਟਨ ਕਿਹਦੀ ਯੂਨਿਟ ਹੈ ਜੀ? ਫੋਰਸ ਦੇ। ਫੋਰਸ ਦੀ ਯੂਨਿਟ ਹੈ ਨਿਊਟਨਸ। ਤਾਂ ਇਹ ਸਾਰੀ ਚੀਜ਼ਾਂ ਆਪਾਂ ਯਾਦ ਰੱਖਣੀਆਂ। ਚਲਦੇ ਨੈਕਸਟ ਕੁਐਸਚਨ 'ਤੇ। ਫਿਫਥ ਕੁਐਸਚਨ ਹੈ, ਫॉर ਵਿਚ ਆਫ ਦਾ ਫੋਲੋਇੰਗ ਪੇਅਰਸ ਆਫ ਕੁਆਂਟੀਟੀਜ਼ ਦਾ SI ਯੂਨਿਟ ਇਜ਼ ਸੇਮ। ਇਹਨਾਂ ਸਾਰੇ ਆਪਸ਼ਨਸ ਦੇ ਵਿੱਚੋਂ ਆਪਾਂ ਇਹ ਦੱਸਣਾ ਵੀ ਕਿਹੜੀ ਆਪਸ਼ਨ ਹੈ ਜਿਹਦੇ SI ਯੂਨਿਟ ਸੇਮ ਹੈ। ਤਾਂ ਇਹਦਾ ਆਨਸਰ ਹੈ ਜੀ ਸੈਕਿੰਡ ਆਪਸ਼ਨ, ਵਰਕ ਐਂਡ ਐਨਰਜੀ। ਵਰਕ ਦੇ SI ਯੂਨਿਟਸ ਕੀ ਹੈ ਜੀ? ਜੂਲਸ। ਉਸੇ ਤਰੀਕੇ ਨਾਲ ਐਨਰਜੀ ਦੇ ਵੀ SI ਯੂਨਿਟ ਹੈ ਜੂਲਸ। ਤਾਂ ਇਹਨਾਂ ਦੋਨਾਂ ਦੇ ਸੇਮ ਹੈ। ਇਹੀ ਆਪਣਾ ਕੁਐਸਚਨ ਸੀ, ਆਪਾਂ ਸੇਮ ਦੱਸਣਾ ਸੀ। ਵਰਕ ਤੇ ਐਨਰਜੀ ਦੇ ਜਿਹੜੇ SI ਯੂਨਿਟ ਹੈ ਉਹ ਕੀ ਹੈ ਜੀ? ਜੂਲਸ। ਚਲਦੇ ਹਾਂ ਜੀ ਨੈਕਸਟ ਕੁਐਸਚਨ 'ਤੇ। ਸਿਕਸ ਕੁਐਸਚਨ ਕੀ ਹੈ, ਵਟ ਇਜ਼ ਦਾ SI ਯੂਨਿਟ ਆਫ ਫ੍ਰੀਕੁਐਂਸੀ। ਵੈਰੀ ਇੰਪੋਰਟੈਂਟ। ਫ੍ਰੀਕੁਐਂਸੀ ਦੇ SI ਯੂਨਿਟਸ ਦੱਸਣੇ। ਫੋਰਥ ਆਪਸ਼ਨ ਇਹਦਾ ਕਰੈਕਟ ਆਨਸਰ ਹੈ ਹਰਟਸ। ਤਾਂ ਹਰਟਸ ਇਜ਼ ਦਾ SI ਯੂਨਿਟ ਆਫ ਫ੍ਰੀਕੁਐਂਸੀ। ਤਾਂ ਯੂਨਿਟਸ ਆਪਾਂ ਸਾਰੀਆਂ ਯਾਦ ਰੱਖਣੀਆਂ ਜੀ। ਜਿਵੇਂ ਨਿਊਟਨ ਹੈ, ਨਿਊਟਨ ਕਿਹਦੇ ਯੂਨਿਟਸ ਹੈ ਜੀ? ਫੋਰਸ ਦੇ। ਵੋਟ ਕਿਹਦੇ ਯੂਨਿਟ ਹੈ? ਪਾਵਰ ਦੇ। ਫੈਰਡ ਕਿਹਦੇ ਯੂਨਿਟ ਹੈ ਜੀ? ਕਪੈਸੀਟੈਂਸ।
ਤੇ ਹਰਟਸ ਕਿਹਦੀ ਯੂਨਿਟ ਹੈ? ਫ੍ਰੀਕੁਐਂਸੀ ਦੀ। ਨੈਕਸਟ ਕੁਐਸਚਨ ਇਜ਼ 7th, ਵਟ ਇਜ਼ ਦ ਕਰੈਕਟ ਫਾਰਮੂਲਾ ਫॉर ਫਾइंडिंग एक्सेलरेशन। देखो एक्सेलरेशन ਕੀ ਹੁੰਦਾ ਹੈ? एक्सेलरेशन ਦਾ ਇੱਕ ਫਾਰਮੂਲਾ, एक्सेलरेशन इज इक्वल टू वेलोसिटी अपॉन टाइम। वेलोसिटी यानी कि ਆਪਾਂ ਇਹ ਕਹਿ ਸਕਦੇ ਹਾਂ ਰੇਟ ਆਫ ਚੇਂਜ ਆਫ वेलोसिटी इज नोन एज एक्सेलरेशन। ਤੇ वेलोसिटी ਨੂੰ ਆਪਾਂ ਇਹਦਾ ਇਹ ਆਪਸ਼ਨ ਕਰੈਕਟ ਆਨਸਰ ਹੈ। A इज इक्वल टू ਰੇਟ ਆਫ ਚੇਂਜ ਆਫ वेलोसिटी अपॉन टाइम। V ਇਹਦੇ ਵਿੱਚੋਂ ਫਾਈਨਲ वेलोसिटी, U ਇਹਦੇ ਵਿੱਚੋਂ ਇਨੀਸ਼ੀਅਲ वेलोसिटी ਡਿਵਾਈਡਡ ਬਾਈ ਟਾਈਮ। ਇਹ ਆਪਣੇ ਕੋਲ ਫਾਰਮੂਲਾ ਹੋ ਜਾਊਗਾ ਜੀ एक्सेलरेशन ਦਾ। ਤਾਂ ਜਿਸ ਤਰੀਕੇ ਨਾਲ ਆਪਾਂ ਦੇਖਦੇ ਹਾਂ ਆਪਣੇ ਮੋਟਰਸਾਈਕਲਸ ਵਗੈਰਾ 'ਤੇ ਐਕਸਲੇਟਰ ਹੁੰਦੇ ਆ, ਹੈ ਨਾ। ਇਹਦਾ ਪਰਪਸ ਇਹੀ ਹੈ ਵੀ ਕਿਸੇ ਟਾਈਮ 'ਤੇ ਆਪਣੀ ਸਪੀਡ ਕੁਛ ਹੋਰ ਹੈ, ਵੈਲੋਸਿਟੀ ਕੁਛ ਹੋਰ ਹੈ, ਕਿਸੇ ਟਾਈਮ 'ਤੇ ਕੁਛ ਹੋਰ ਹੈ। ਤਾਂ ਜਦੋਂ ਆਪਣੀ ਵੈਲੋਸਿਟੀ ਟਾਈਮ ਦੇ ਨਾਲ ਚੇਂਜ ਹੋ ਰਹੀ ਹੈ, ਇਹਨੂੰ ਆਪਾਂ ਕੀ ਬੋਲਦੇ ਹਾਂ? ਐਕਸਲਰੇਸ਼ਨ। ਐਕਸਲਰੇਸ਼ਨ ਦੇ ਆਪਾਂ ਯੂਨਿਟਸ ਵੀ ਯਾਦ ਰੱਖਣੇ। ਐਕਸਲਰੇਸ਼ਨ ਕੀ ਹੁੰਦਾ ਜੀ? ਵੈਲੋਸਿਟੀ ਅਪੋਨ ਟਾਈਮ। ਤਾਂ ਯੂਨਿਟਸ ਕੀ ਹੋ ਜਾਣਗੇ? ਵੈਲੋਸਿਟੀ ਦੀ ਯੂਨਿਟ ਕੀ ਹੁੰਦੇ ਜੀ? ਮੀਟਰ ਪਰ ਸੈਕਿੰਡ। ਉਸੇ ਤਰੀਕੇ ਨਾਲ ਟਾਈਮ ਦੇ ਵੀ ਕੀ ਹੁੰਦੇ? ਸੈਕਿੰਡ। ਤਾਂ ਐਕਸਲਰੇਸ਼ਨ ਦੀ ਯੂਨਿਟਸ ਬਣ ਜਾਣਗੇ ਮੀਟਰ ਪਰ ਸੈਕਿੰਡ ਸਕੇਅਰ। ਇਹ ਵੀ ਇੰਪੋਰਟੈਂਟ ਆਪਾਂ ਯਾਦ ਰੱਖਣਾ ਹੈ। ਐਕਸਲਰੇਸ਼ਨ ਇਜ਼ ਇਕੁਅਲ ਟੂ ਮੀਟਰ ਪਰ ਸੈਕਿੰਡ ਸਕੇਅਰ। ਨੈਕਸਟ ਕੁਐਸਚਨ ਹੈ ਜੀ 8th ਕੁਐਸਚਨ, ਡਾਇਬਟੀਜ਼ ਇਜ਼ ਕਾਜ਼ਡ ਬਾਏ। ਡਾਇਬਟੀਜ਼ ਵੀ ਇੱਕ ਬਿਮਾਰੀ, ਆਪਾਂ ਬਿਮਾਰੀਆਂ ਜਿਵੇਂ ਆਪਾਂ ਪੜ੍ਹੀਆਂ ਸੀ ਕੁਛ, ਡਾਇਰੀਆ ਹੋ ਗਿਆ, ਦੈਨ ਉਸ ਤੋਂ ਪਹਿਲਾਂ ਆਪਾਂ ਪੜ੍ਹਿਆ ਸੀ ਗੋਇਟਰ ਹੋ ਗਿਆ, ਹੈ ਨਾ। ਉਸੇ ਤਰੀਕੇ ਨਾਲ ਡਾਇਬਟੀਜ਼ ਇੱਕ ਬਿਮਾਰੀ ਹੈ, ਕਿਹਦੇ ਕਰਕੇ ਕੋਜ਼ ਹੁੰਦੀ ਹੈ? ਦ ਸੈਕਿੰਡ ਆਪਸ਼ਨ ਕਰੈਕਟ ਆਨਸਰ ਹੈ ਲੋ ਪ੍ਰੋਡਕਸ਼ਨ ਆਫ ਇਨਸੂਲਿਨ। ਹੁਣ ਡਾਇਬਟੀਜ਼ ਦੇ ਵਿੱਚ ਕੀ ਹੋ ਜਾਂਦਾ ਹੈ? ਆਪਣੀ ਬੋਡੀ ਦੇ ਅੰਦਰ ਜਿਹੜੀ ਬਲੱਡ ਸ਼ੂਗਰ ਹੈ ਉਹ ਕੀ ਹੋ ਜਾਂਦੀ ਹੈ? ਇੰਕਰੀਜ਼ ਹੋ ਜਾਂਦੀ ਹੈ। ਸ਼ੂਗਰ ਵਧਣਾ, ਜਦੋਂ ਸ਼ੂਗਰ ਕਾਫੀ ਜ਼ਿਆਦਾ ਵੱਧ ਜਾਂਦੀ ਹੈ ਉਹਨੂੰ ਡਾਇਬਟੀਜ਼ ਬੋਲਿਆ ਜਾਂਦਾ। ਹੁਣ ਸ਼ੂਗਰ ਕਿਉਂ ਵੱਧਦੀ ਹੈ? ਬਿਕੋਜ਼ ਆਪਣੀ ਬੋਡੀ ਦੇ ਅੰਦਰ ਇੱਕ ਹਾਰਮੋਨ ਹੁੰਦਾ ਇਨਸੂਲਿਨ, ਉਹ ਬਹੁਤ ਹੀ ਘੱਟ ਬਣਨਾ ਸ਼ੁਰੂ ਹੋ ਜਾਂਦਾ, ਉਹਦੀ ਪ੍ਰੋਡਕਸ਼ਨ ਬਹੁਤ ਘੱਟ ਹੋ ਜਾਂਦੀ ਹੈ। ਤਾਂ ਜਦੋਂ ਜੇ ਆਪਣੀ ਬੋਡੀ ਦੇ ਵਿੱਚ ਇਨਸੂਲਿਨ ਪ੍ਰੋਪਰ ਅਮਾਊਂਟ 'ਚ ਹੋਊਗਾ, ਉਹ ਆਪਣੀ ਬਲੱਡ ਸ਼ੂਗਰ ਨੂੰ ਕੰਜ਼ਿਊਮ ਕਰਦਾ ਰਹੂਗਾ, ਖਾਂਦਾ ਰਹੂਗਾ। ਬਟ ਜਦੋਂ ਇਨਸੂਲਿਨ ਹੀ ਨਹੀਂ ਬਣੂਗੀ, ਉਹ ਆਪਣੀ ਬੋਡੀ ਦੀ ਬਲੱਡ ਸ਼ੂਗਰ ਨੂੰ ਖ਼ਤਮ ਨਹੀਂ ਕਰ ਪਾਊਗਾ, ਜਿਸ ਕਾਰਨ ਕੀ ਹੋਊਗਾ? ਜਿਹੜੀ ਬਲੱਡ ਸ਼ੂਗਰ ਹੈ ਉਹ ਇੰਕਰੀਜ਼ ਹੁੰਦੀ ਰਹੂਗੀ, ਅਤੇ ਇੰਕਰੀਜ਼ ਆਫ ਬਲੱਡ ਸ਼ੂਗਰ ਇਜ਼ ਨੋਨ ਐਜ਼ ਡਾਇਬਟੀਜ਼। ਨੈਕਸਟ ਕੁਐਸਚਨ ਹੈ ਜੀ 9th, ਵਿਚ ਆਫ ਦਾ ਫੋਲੋਇੰਗ ਇਜ਼ ਪ੍ਰੈਜ਼ੈਂਟ ਇਨਸਾਈਡ ਦਾ ਨਿਊਕਲੀਅਸ ਆਫ ਦਾ ਐਟਮ। ਤਾਂ ਐਟਮ ਕੀ ਹੁੰਦਾ ਜੀ? ਐਟਮ ਦੋ ਚੀਜ਼ਾਂ ਤੋਂ ਮਿਲ ਕੇ ਬਣਦਾ। ਇੱਕ ਹੋ ਗਿਆ ਨਿਊਕਲੀਅਸ ਜੋ ਉਹਦੇ ਸੈਂਟਰ 'ਚ ਹੁੰਦਾ, ਨਿਊਕਲੀਅਸ ਦੇ ਬਾਹਰ ਕੀ ਹੁੰਦੇ? ਉਹਦੇ ਇਲੈਕਟ੍ਰੋਨਸ। ਤਾਂ ਇਲੈਕਟ੍ਰੋਨਸ ਤਾਂ ਬਾਹਰ ਹੁੰਦੇ ਆ, ਬਟ ਨਿਊਕਲੀਅਸ ਦੇ ਅੰਦਰ ਦੋ ਚੀਜ਼ਾਂ ਹੁੰਦੀਆਂ, ਇੱਕ ਹੁੰਦੇ ਆ ਪ੍ਰੋਟੋਨ ਅਤੇ ਦੂਸਰੇ ਹੁੰਦੇ ਆ ਨਿਊਟਰੋਨ। ਪ੍ਰੋਟੋਨਸ 'ਤੇ ਪੋਜ਼ੀਟਿਵ ਚਾਰਜ ਹੁੰਦਾ, ਨਿਊਟਰੋਨਸ 'ਤੇ ਕੋਈ ਚਾਰਜ ਨਹੀਂ ਹੁੰਦਾ, ਅਤੇ ਇਲੈਕਟ੍ਰੋਨਸ 'ਤੇ ਨੈਗੇਟਿਵ ਚਾਰਜ ਹੁੰਦਾ। ਤਾਂ ਅੰਦਰ ਇਹ ਪੋਜ਼ੀਟਿਵ, ਬਾਹਰ ਨੈਗੇਟਿਵ, ਇਸ ਤਰੀਕੇ ਨਾਲ ਜਿਹੜਾ ਐਟਮ ਹੈ ਉਹ ਕੀ ਹੈ? ਸਟੇਬਲ ਬਣਦਾ। ਤਾਂ ਆਪਾਂ ਨਿਊਕਲੀਅਸ ਦੇ ਅੰਦਰ ਦੱਸਣਾ ਸੀ ਕੀ ਪ੍ਰੈਜ਼ੈਂਟ ਹੁੰਦਾ। ਇਹ ਆਪਸ਼ਨ ਕਰੈਕਟ ਆਨਸਰ ਹੈ ਪ੍ਰੋਟੋਨਸ ਐਂਡ ਨਿਊਟਰੋਨਸ। ਕੁਐਸਚਨ ਆਪਾਂ ਇਸੇ ਹੋਰ ਵੀ ਯਾਦ ਰੱਖਿਆ ਸੀ। ਪ੍ਰੋਟੋਨਸ ਨੂੰ ਕਿੰਨੇ ਡਿਸਕਵਰ ਕੀਤਾ ਸੀ? ਗੋਲਡਸਟੀਨ। ਨਿਊਟਰੋਨਸ ਨੂੰ ਡਿਸਕਵਰ ਕੀਤਾ ਸੀ ਸ਼ੈਡਵਿਕ। ਇਲੈਕਟ੍ਰੋਨਸ ਨੂੰ ਡਿਸਕਵਰ ਕੀਤਾ ਸੀ ਜੇ ਥੋਮਸਨ। ਤਾਂ ਇਹ ਵੀ ਆਪਾਂ ਯਾਦ ਰੱਖਿਆ ਸੀ, ਅੱਗੇ ਰਿਵਾਈਜ਼ ਕਰਾਂਗੇ। 10th ਕੁਐਸਚਨ ਹੈ, ਨੇਮ ਦਾ ਪੋਲੀਮਰ ਵਿਚ ਇਜ਼ ਯੂਜ਼ ਫॉर ਮੇਕਿੰਗ ਨੋਨ ਸਟਿਕ ਕੁਕਿੰਗ ਯੂਟੈਂਸਿਲਸ। ਜਿਹੜੇ ਬਰਤਨ ਹੁੰਦੇ ਆ, ਨੋਨ ਸਟਿਕ ਕੁਕਿੰਗ ਯੂਟੈਂਸਿਲਸ ਹੁੰਦੇ ਆ, ਉਹਦੇ ਉੱਤੇ ਇੱਕ ਖਾਸ ਤਰੀਕੇ ਦੀ ਕੋਟਿੰਗ ਕੀਤੀ ਹੁੰਦੀ ਹੈ। ਉਹ ਕੋਟਿੰਗ ਕਿਸ ਚੀਜ਼ ਦੀ ਹੁੰਦੀ ਹੈ ਜੋ ਉਹਨੂੰ ਨੋਨ ਸਟਿਕ ਬਣਾਉਂਦੀ ਹੈ? ਇਹਦਾ ਇਹ ਆਪਸ਼ਨ ਕਰੈਕਟ ਆਨਸਰ ਹੈ ਟੈਫਲੋਨ। ਜ਼ਿਆਦਾਤਰ ਇਸ ਚੀਜ਼ ਨੂੰ ਕੋਟਿੰਗ ਕਰਨ ਲਈ, ਰਬਿੰਗ ਕਰਨ ਲਈ ਯੂਜ਼ ਕੀਤਾ ਜਾਂਦਾ, ਚੀਜ਼ਾਂ ਨੂੰ ਚਮਕਾਉਣ ਲਈ ਯੂਜ਼ ਕੀਤਾ ਜਾਂਦਾ ਹੈ ਨਾ। ਤਾਂ ਟੈਫਲੋਨ ਇੱਕ ਸਬਸਟਾਂਸ ਹੈ ਜਿਹਦੇ ਨਾਲ ਨੋਨ ਸਟਿਕ ਕੁਕਿੰਗ ਯੂਟੈਂਸਿਲਸ ਬਣਾਏ ਜਾਂਦੇ। ਨਾਈਲੋਨ ਆਪਾਂ ਯਾਦ ਕੀਤਾ ਸੀ, ਨਾਈਲੋਨ ਤੋਂ ਕੀ ਬਣਦਾ ਹੈ? ਟੂਥਬ੍ਰਸ਼ ਦੇ ਜਿਹੜੇ ਆਪਣੇ ਬ੍ਰਿਸਲਸ ਹੈ, ਟੂਥਬ੍ਰਸ਼ ਦੇ ਜਿਹੜੇ ਬ੍ਰਿਸਲਸ ਹੈ ਉਹ ਕਿਸ ਚੀਜ਼ ਦੇ ਬਣੇ ਹੁੰਦੇ ਆ? ਨਾਈਲੋਨ ਦੇ। ਨੀਓਪਰੀਨ ਵੀ ਇੰਪੋਰਟੈਂਟ ਹੈ ਜੀ। ਨੀਓਪਰੀਨ ਕੀ ਹੈ? ਰਬਰ ਹੈ। ਜਿਹੜੀ ਰਬਰ ਆਪਾਂ ਯੂਜ਼ ਕਰਦੇ ਹਾਂ ਇਹਦਾ ਕੈਮੀਕਲ ਨੇਮ ਨੀਓਪਰੀਨ ਹੈ। ਉਸੇ ਤਰੀਕੇ ਨਾਲ PVC, ਵੈਰੀ ਇੰਪੋਰਟੈਂਟ, ਪੋਲੀਵਿਨਾਈਲ ਕਲੋਰਾਈਡ। ਦੇਖੋ ਐਗਜ਼ਾਮ 'ਚ ਆਪਾਂ ਨੂੰ ਫੁੱਲ ਫॉर्म ਵੀ ਆ ਜਾਂਦੀ ਹੈ, ਵਟ ਇਜ਼ ਦਾ ਫੁੱਲ ਫॉर्म ਆਫ PVC ਮਤਲਬ ਪੋਲੀਵਿਨਾਈਲ ਕਲੋਰਾਈਡ, ਅਤੇ PVC ਪਾਈਪਸ ਆਪਾਂ ਯੂਜ਼ ਕਰਦੇ ਹੀ ਹਾਂ, ਯਾਨੀ ਕਿ ਪਲਾਸਟਿਕ ਦੀ ਜਿਹੜੀਆਂ ਪਾਈਪਸ ਉਹਨਾਂ ਨੂੰ PVC ਪਾਈਪਸ ਆਪਾਂ ਬੋਲਦੇ ਨੇ। ਇੰਪੋਰਟੈਂਟ ਹੈ, ਯਾਦ ਰੱਖਣਾ ਕੁਐਸਚਨ। ਚਲਦੇ ਨੈਕਸਟ ਕੁਐਸਚਨ 'ਤੇ, ਵਿਚ ਐਸਿਡ ਇਜ਼ ਫਾਊਂਡ ਇਨ ਐਪਲ, ਐਨ ਐਪਲ ਏ ਡੇ ਕੀਪਸ ਦਾ ਡਾਕਟਰ ਅਵੇ। ਅਤੇ ਆਪਾਂ ਇਹ ਦੱਸਣਾ ਵੀ ਉਹ ਐਪਲ ਦੇ ਵਿੱਚ ਕਿਹੜਾ ਐਸਿਡ ਪਾਇਆ ਜਾਂਦਾ। ਵੈਰੀ ਇੰਪੋਰਟੈਂਟ ਕੁਐਸਚਨ। ਐਪਲ ਦੇ ਵਿੱਚ ਜਿਹੜਾ ਐਸਿਡ ਹੁੰਦਾ, ਸੈਕਿੰਡ ਆਪਸ਼ਨ ਦਾ ਕਰੈਕਟ ਆਨਸਰ ਹੈ ਮੈਲਿਕ ਐਸਿਡ। ਅਤੇ ਆਪਾਂ ਯਾਦ ਰੱਖਣਾ ਉਸੇ ਤਰੀਕੇ ਨਾਲ ਇਹ ਵੀ ਯਾਦ ਰੱਖ ਸਕਦੇ ਸਟੀਰਿਕ ਐਸਿਡ ਕਿਹਦੇ ਅੰਦਰ ਪਾਇਆ ਜਾਂਦਾ? ਜਿਹੜੇ ਆਇਲਸ ਐਂਡ ਫੈਟਸ ਜੋ ਆਪਾਂ ਯੂਜ਼ ਕਰਦੇ ਹਾਂ
ਉਹਦੇ ਅੰਦਰ ਹੁੰਦਾ ਸਟੇਰਿਕ ਐਸਿਡ, ਆਕਜ਼ੈਲਿਕ ਐਸਿਡ, ਵੈਰੀ ਇੰਪੋਰਟੈਂਟ, ਜੋ ਆਪਾਂ ਟਮੈਟੋ ਖਾਂਦੇ ਜੀ, ਟੋਮੈਟੋ, ਟਮਾਟਰ, ਉਹਦੇ ਅੰਦਰ ਹੁੰਦਾ ਆਕਜ਼ੈਲਿਕ ਐਸਿਡ। ਐਂਡ ਬਿਊਟਾਇਰਿਕ ਐਸਿਡ ਹੁੰਦਾ ਜੀ ਬਟਰ ਦੇ ਵਿੱਚ, ਜੋ ਆਪਾਂ ਬਟਰ ਖਾਂਦੇ ਹਾਂ, ਚੀਜ਼ ਖਾਂਦੇ ਹਾਂ, ਇਹਨਾਂ ਦੇ ਵਿੱਚ ਹੁੰਦਾ ਬਿਊਟਾਇਰਿਕ ਐਸਿਡ, ਵੀ ਯਾਦ ਰੱਖਣਾ। ਚਲਦੇ ਜੀ ਨੈਕਸਟ ਕੁਐਸਚਨ ਤੇ। 12th ਕੁਐਸਚਨ ਹੈ, ਵਿਚ ਅਮੰਗ ਦਾ ਫੋਲੋਇੰਗ ਐਲੀਮੈਂਟ ਇਜ਼ ਲਿਕੁਇਡ ਐਟ ਰੂਮ ਟੈਂਪਰੇਚਰ। ਵੈਰੀ ਵੈਰੀ ਇੰਪੋਰਟੈਂਟ ਕੁਐਸਚਨ। ਕਿਹੜਾ ਐਲੀਮੈਂਟ ਹੈ ਜੋ ਲਿਕੁਇਡ ਹੁੰਦਾ ਰੂਮ ਟੈਂਪਰੇਚਰ ਤੇ? ਆਪਾਂ ਦੇਖੀਏ ਜੀ ਪਾਰਾ ਯਾਨੀ ਕਿ ਮਰਕਰੀ। ਤਾਂ ਮਰਕਰੀ ਕੀ ਇੱਕ ਮੈਟਲ ਹੈ ਜੋ ਕਿ ਕੀ ਹੈ, ਲਿਕੁਇਡ ਐਟ ਰੂਮ ਟੈਂਪਰੇਚਰ, ਰੂਮ ਟੈਂਪਰੇਚਰ ਤੇ ਲਿਕੁਇਡ ਸਟੇਟ ਦੇ ਵਿੱਚ ਹੁੰਦੀ ਹੈ। ਹੁਣ ਜੇ ਆਪਾਂ ਨੂੰ ਕੁਐਸਚਨ ਆ ਜੇ ਵੀ ਉਹ ਕਿਹੜਾ ਨੌਨ ਮੈਟਲ ਹੈ ਜੋ ਲਿਕੁਇਡ ਹੈ ਰੂਮ ਟੈਂਪਰੇਚਰ ਤੇ, ਇਹਦਾ ਆਨਸਰ ਹੋ ਜਾਊਗਾ ਜੀ ਬ੍ਰੋਮਾਈਨ। ਵੈਰੀ ਇੰਪੋਰਟੈਂਟ। ਜੇ ਕੁਐਸਚਨ ਹੋਊਗਾ ਮੈਟਲ, ਮੈਟਲ ਆਪਾਂ ਦੱਸਣਾ ਜੀ ਮਰਕਰੀ, ਪਾਰਾ। ਜੇ ਕੁਐਸਚਨ ਹੋਊਗਾ ਨॉन ਮੈਟਲ ਜੋ ਕਿ ਲਿਕੁਇਡ ਹੈ ਰੂਮ ਟੈਂਪਰੇਚਰ ਤੇ, ਦਾ ਆਨਸਰ ਹੋ ਜਾਊਗਾ ਬ੍ਰੋਮੀਨ। ਠੀਕ ਹੈ ਜੀ। ਬਾਕੀ ਆਪਸ਼ਨਸ ਵੀ ਦੇਖ ਲੈਂਦੇ ਹਾਂ, ਜਿਵੇਂ ਸੋਡੀਅਮ ਹੈ, ਸੋਡੀਅਮ ਤੇ ਕੁਐਸਚਨ ਆ ਸਕਦਾ, ਸੋਡੀਅਮ ਕਾਫੀ ਸੌਫਟ ਮੈਟਲ ਹੁੰਦਾ ਹੈ। ਤੇ ਐਲਮੀਨੀਅਮ ਤੇ ਕੁਐਸਚਨ ਆ ਸਕਦਾ, ਐਲਮੀਨੀਅਮ ਦੀ ਔਰ ਦਾ ਨਾਮ ਆਪਾਂ ਨੂੰ ਪੁੱਛ ਸਕਦੇ, ਵੈਰੀ ਇੰਪੋਰਟੈਂਟ। ਐਲਮੀਨੀਅਮ ਦੀ ਔਰ ਦਾ ਨਾਮ ਕੀ ਹੈ? ਬੌਕਸਾਈਟ। ਐਲਮੀਨੀਅਮ ਦੀ ਔਰ ਦਾ ਨਾਮ ਹੈ ਜੀ ਬੌਕਸਾਈਟ, ਵੈਰੀ ਇੰਪੋਰਟੈਂਟ। ਕਾਫੀ ਜ਼ਿਆਦਾ ਯੂਜ਼ ਹੈ ਇਸ ਐਲਮੀਨੀਅਮ ਦਾ ਡੇਲੀ ਲਾਈਫ ਦੇ ਵਿੱਚ, ਔਰ ਆਪਾਂ ਯਾਦ ਰੱਖਣੀ ਹੈ ਬੌਕਸਾਈਟ। 13th ਕੁਐਸਚਨ ਹੈ, ਵਿਚ ਆਫ ਦਾ ਫੋਲੋਇੰਗ ਡਿਸੀਜ਼ ਇਜ਼ ਕਾਜ਼ਡ ਬਾਈ ਦਾ ਡੈਫੀਸ਼ੀਐਂਸੀ ਆਫ ਆਇਓਡੀਨ। ਜਦੋਂ ਬੋਡੀ ਅੰਦਰ ਆਇਓਡੀਨ ਦੀ ਕਮੀ ਹੋ ਜਾਂਦੀ ਹੈ ਤਾਂ ਕਿਹੜਾ ਰੋਗ ਹੋ ਜਾਂਦਾ ਹੈ? ਇਹਦਾ ਸੈਕਿੰਡ ਆਪਸ਼ਨ ਆਨਸਰ ਹੈ ਗੋਇਟਰ। ਇੰਪੋਰਟੈਂਟ ਕੁਐਸਚਨ ਹੈ ਗੋਇਟਰ, ਗੋੜ ਦਾ ਜਿਹੜਾ ਡਿਸੀਜ਼ ਹੈ ਕਿਸ ਚੀਜ਼ ਦੀ ਕਮੀ ਕਰਕੇ ਹੋ ਜਾਂਦਾ ਹੈ? ਡੈਫੀਸ਼ੀਐਂਸੀ ਆਫ ਆਇਰਨ, ਸੌਰੀ ਆਇਓਡੀਨ। 14th ਕੁਐਸਚਨ ਹੈ, ਲਾਫਿੰਗ ਗੈਸ ਇਜ਼ ਕਾਮਨ ਨੇਮ ਆਫ ਵਿਚ ਆਫ ਦਾ ਕੈਮੀਕਲ ਕੰਪਾਊਂਡਸ। ਲਾਫਿੰਗ ਗੈਸ, ਲਾਫਿੰਗ ਗੈਸ ਦੱਸਣੀ, ਵੈਰੀ ਇੰਪੋਰਟੈਂਟ ਕੁਐਸਚਨ। ਲਾਫਿੰਗ ਗੈਸ ਦਾ ਫਾਰਮੂਲਾ ਦੱਸਣਾ ਹੈ ਨਾਈਟਰਸ ਆਕਸਾਈਡ। ਫਾਰਮੂਲਾ ਕੀ ਹੋ ਜਾਊਗਾ ਇਹਦਾ? N2O, ਨਾਈਟਰਸ ਆਕਸਾਈਡ। ਤਾਂ ਨਾਈਟਰਸ ਆਕਸਾਈਡ ਇੱਕ ਗੈਸ ਹੈ ਜਿਹਨੂੰ ਦੂਸਰੀ ਕਾਮਨ ਨੇਮ ਇਹਦਾ ਕੀ ਹੈ ਜੀ? ਲਾਫਿੰਗ ਗੈਸ। ਉਸੇ ਤਰੀਕੇ ਨਾਲ ਬਾਕੀ ਆਪਸ਼ਨਸ ਵੀ ਦੇਖ ਲੈਂਦੇ ਹਾਂ। ਅਮੋਨੀਆ, ਅਮੋਨੀਆ ਦਾ ਫਾਰਮੂਲਾ ਹੈ ਜੀ NH3, ਗੈਸ ਹੈ ਇਹ ਵੀ, ਕਾਫੀ ਜਗ੍ਹਾ ਇਹਦਾ ਯੂਜ਼ ਹੁੰਦਾ ਅਮੋਨੀਆ ਦਾ, NH3। ਐਂਡ ਨਾਈਟ੍ਰਿਕ ਐਸਿਡ ਇੱਕ ਐਸਿਡ ਹੈ, ਕਾਫੀ ਸਟਰੋਂਗ ਐਸਿਡ ਹੈ, ਇਹਦਾ ਫਾਰਮੂਲਾ ਹੈ HNO3, ਇਹ ਵੀ ਇੰਪੋਰਟੈਂਟ ਹੈ, ਯਾਦ ਰੱਖ, HNO3। ਨੈਕਸਟ ਅੱਜ ਆਪਣਾ ਲਾਸਟ ਕੁਐਸਚਨ ਹੈ, ਵਿਚ ਟੈਕਨੀਕ ਇਜ਼ ਯੂਜ਼ ਟੂ ਡਿਟੈਕਟ ਦਾ ਆਬਜੈਕਟਸ ਔਨ ਔਰ ਅੰਡਰ ਦਾ ਸਰਫੇਸ ਆਫ ਵਾਟਰ। ਤਾਂ ਪਾਣੀ ਦੀ ਸਰਫੇਸ, ਅੰਡਰ ਦਾ ਸਰਫੇਸ ਆਫ ਵਾਟਰ, ਪਾਣੀ ਦੇ ਅੰਦਰ ਯਾਨੀ ਕਿ ਸਮੁੰਦਰਾਂ ਦੇ ਅੰਦਰ ਕਿਹੜੀ ਟੈਕਨੀਕ ਨੂੰ ਯੂਜ਼ ਕੀਤਾ ਜਾਂਦਾ ਕਿਸੇ ਵੀ ਆਬਜੈਕਟ ਨੂੰ ਡਿਟੈਕਟ ਕਰਨ ਲਈ? ਇਸ ਟੈਕਨੀਕ ਦਾ ਨਾਮ ਹੈ ਜੀ, ਫੋਰਥ ਆਪਸ਼ਨ, ਸੋਨਾਰ। ਸੋਨਾਰ ਦੀ ਫੁੱਲ ਫਾਰਮ ਵੈਰੀ ਇੰਪੋਰਟੈਂਟ ਹੈ। ਸੋਨਾਰ ਦੀ ਫੁੱਲ ਫਾਰਮ ਹੈ ਜੀ ਸਾਊਂਡ ਨੈਵੀਗੇਸ਼ਨ ਐਂਡ ਰੇਂਜਿੰਗ, ਸਾਊਂਡ ਨੈਵੀਗੇਸ਼ਨ ਐਂਡ ਰੇਂਜਿੰਗ, ਵੈਰੀ ਇੰਪੋਰਟੈਂਟ, ਬਹੁਤ ਵਾਰੀ ਪੁੱਛੀ ਜਾਂਦੀ ਐਗਜ਼ਾਮ 'ਚ। ਸਾਊਂਡ ਨੈਵੀਗੇਸ਼ਨ ਐਂਡ ਰੇਂਜਿੰਗ ਯਾਨੀ ਕਿ ਸਾਊਂਡ ਨੂੰ, ਸਾਊਂਡ ਦੇ ਜਿਹੜੇ ਸਿਗਨਲ ਹੈ, ਪਲਸਿਸ ਨੂੰ ਯੂਜ਼ ਕਰਕੇ ਡਿਸਟੈਂਸ, ਦੂਰੀ ਮਾਪੀ ਜਾਂਦੀ ਹੈ। ਇੱਕ ਤਰੀਕਾ ਹੈ ਜੀ, ਜਿਵੇਂ ਡੈਪਥ ਆਫ ਸੀ ਹੋ ਗਿਆ, ਸਮੁੰਦਰ ਦੀ ਗਹਿਰਾਈ ਨੂੰ ਮਾਪਣ ਵਾਸਤੇ ਵੀ ਇਹ ਯੂਜ਼ ਕੀਤਾ ਜਾਂਦਾ ਸੋਨਾਰ। ਅਗਲੇ ਆਪਸ਼ਨਸ ਨੂੰ ਵੀ ਦੇਖ ਲੈਂਦੇ ਹਾਂ। GPS, GPS ਦੀ ਆਪਸ਼ਨ ਵੀ ਇੰਪੋਰਟੈਂਟ ਹੈ। GPS ਦੀ ਫੁੱਲ ਫਾਰਮ ਹੈ ਜੀ ਗਲੋਬਲ ਪੋਜੀਸ਼ਨਿੰਗ ਸਿਸਟਮ, ਵੈਰੀ ਇੰਪੋਰਟੈਂਟ, ਗਲੋਬਲ ਪੋਜੀਸ਼ਨਿੰਗ ਸਿਸਟਮ। ਇੱਦਾਂ ਦੀ ਫੁੱਲ ਫਾਰਮਸ ਆਪਾਂ ਨੂੰ ਐਗਜ਼ਾਮ ਦੇ ਵਿੱਚ ਜ਼ਰੂਰ ਪੁੱਛੇ ਜਾਂਦੀ ਹੈ। GPS ਦੀ ਫੁੱਲ ਫਾਰਮ ਹੋ ਗਿਆ ਗਲੋਬਲ ਪੋਜੀਸ਼ਨਿੰਗ ਸਿਸਟਮ। ਰਡਾਰ ਦੀ ਵੀ ਫੁੱਲ ਫਾਰਮ ਆਪਾਂ ਯਾਦ ਰੱਖਣੇ ਜੀ। ਰਡਾਰ ਦੀ ਫੁੱਲ ਫਾਰਮ ਹੈ ਰੇਡੀਓ ਡਿਟੈਕਸ਼ਨ ਐਂਡ ਰੇਂਜਿੰਗ, ਰੇਡੀਓ ਡਿਟੈਕਸ਼ਨ ਐਂਡ ਰੇਂਜਿੰਗ। ਰਡਾਰਸ ਆਪਾਂ ਸੁਣਦੇ ਹਾਂ ਜੀ, ਇੱਕ ਕੰਟਰੀ ਨੇ ਜੋ ਦੂਸਰੀ ਕੰਟਰੀ ਤੋਂ ਬਚਣ ਲਈ ਆ, ਹੈ ਨਾ, ਉਹਨਾਂ ਦੇ ਜਿਹੜੇ ਆਰਮੀ ਬੇਸਿਸ ਹੁੰਦੇ ਆ ਵੀ ਤਾਂ ਕਿ ਕੋਈ ਦੂਸਰੀ ਕੰਟਰੀ ਦਾ ਜਹਾਜ਼ ਉਹਨਾਂ ਦੀ ਸੀਮਾ ਦੇ ਅੰਦਰ ਦਾਖਲ ਨਾ ਹੋ ਜਾਵੇ, ਉਹਦੇ ਲਈ ਰਡਾਰਸ ਵਗੈਰਾ ਲਗਾਈਆਂ ਜਾਂਦੀਆਂ। ਤਾਂ ਰਡਾਰ ਹੁੰਦਾ ਜੀ ਰੇਡੀਓ ਡਿਟੈਕਸ਼ਨ ਐਂਡ ਰੇਂਜਿੰਗ, GPS ਹੁੰਦਾ ਗਲੋਬਲ ਪੋਜੀਸ਼ਨਿੰਗ ਸਿਸਟਮ, ਸੋਨਾਰ ਹੁੰਦਾ ਜੀ ਸਾਊਂਡ ਨੈਵੀਗੇਸ਼ਨ ਐਂਡ ਰੇਂਜਿੰਗ। ਤਾਂ ਇਹ ਸੀ ਆਪਣੇ ਅੱਜ ਦੇ ਬੈਸਟ ਕੁਐਸਚਨਸ ਪਾਰਟ 6। ਤਾਂ ਇਹ ਸਾਰੇ ਕੁਐਸਚਨਸ ਨੂੰ ਆਪਾਂ ਰਿਵਾਈਜ਼ ਕਰ ਲਾਂਗੇ ਅਤੇ ਮਿਲਦੇ ਹਾਂ ਜੀ ਆਪਣੀ ਨੈਕਸਟ ਕਲਾਸ ਦੇ ਵਿੱਚ। ਥੈਂਕ ਯੂ।